ਛਾਤੀ ਦੀਆਂ ਵੀ ਗਿਲਟੀਆਂ ਹੁੰਦੀਆਂ ਨੇ ਤੇ ਇਹ ਜ਼ਿਆਦਾ ਖਤਰਨਾਕ ਵੀ ਹੋ ਸਕਦੀਆਂ ਜਾਂ ਨਾਰਮਲ ਵੀ ਹੁੰਦੀਆਂ ਨੇ? ਨਹੀਂ, ਨਾਰਮਲ ਤਾਂ ਕਿਸੇ ਵੀ ਖਾਤੂਨ ਵਿੱਚ ਜਿਹੜਾ ਹੈ ਉਹ ਬ੍ਰੈਸਟ ਗਿਲਟੀ ਨਾਰਮਲ ਨਹੀਂ ਹੁੰਦੀ। ਅਗਰ ਅਮੂਮਨ ਇਹਨੂੰ 3 ਹਿੱਸਿਆਂ 'ਚ ਅਸੀਂ ਡਿਵਾਈਡ ਕਰਨੇ। ਅਗਰ ਯੰਗ ਖਾਤੂਨ ਹੈ, ਯੰਗ ਬੱਚੀ ਹੈ, ਤੇ ਉਹਦੇ 'ਚ ਜਿਹੜੀ ਗਿਲਟੀ ਹੋਏਗੀ ਅਮੂਮਨ ਉਹ ਬੇਜ਼ਰਰ ਹੁੰਦੀ, ਜਿਹਨੂੰ ਫਾਈਬਰ ਐਡੀਨੋਮਾ ਕਹਿੰਦੇ ਨੇ। ਔਰ ਅਗਰ ਮਿਡਲ ਏਜ ਖਾਤੂਨ ਹੈ ਜਿਹੜੀ 30, 35 ਅਪ ਟੂ 40, ਤੇ ਉਹਦੇ 'ਚ ਉਹ ਉਮਰ ਦੇ ਨਾਲ ਜਿਵੇਂ ਜਿਸਮ ਵਿੱਚ ਤਬਦੀਲੀ ਆ ਰਹੀ ਹੁੰਦੀ ਹੈ, ਉਹਨੂੰ ਅਸੀਂ ਫਾਈਬਰੋਸਿਸਟਿਕ ਡਿਜ਼ੀਜ਼ ਕਹਿੰਦੇ ਹਾਂ। ਉਹ ਵੀ ਗਿਲਟੀਆਂ ਬੇਜ਼ਰਰ ਹੀ ਹੁੰਦੀਆਂ ਨੇ। ਉਹਦੇ 'ਚ ਵੀ ਆਪਰੇਸ਼ਨ ਕਰਨ ਦੀ ਲੋੜ ਨਹੀਂ ਹੁੰਦੀ, ਉਹ ਦਵਾਈ ਨਾਲ ਠੀਕ ਹੋ ਜਾਂਦੀਆਂ ਨੇ। ਅਤੇ ਤੀਸਰੀ ਜਿਹੜੀ ਕੈਟਾਗਰੀ ਹੈ ਉਹ ਥੋੜ੍ਹਾ ਜਿਹਾ ਏਜਡ ਗਰੁੱਪ ਜਿਹੜਾ ਹੈ, ਜਿਹਨੇ 40 ਤੋਂ ਉੱਤੇ 45 ਔਨਵਰਡ, ਉਹਦੇ 'ਚ ਜਿਹੜੀ ਗਿਲਟੀ ਬਣਦੀ ਹੈ ਉਹ ਖਤਰਨਾਕ ਤਸੱਵਰ ਕੀਤੀ ਜਾ ਸਕਦੀ ਔਰ ਟੈਸਟਾਂ ਨਾਲ ਉਹਨੂੰ ਕਨਫਰਮ ਕੀਤਾ ਜਾ ਸਕਦਾ। ਅਤੇ ਅਗਰ ਥੋੜ੍ਹਾ ਜਿਹਾ ਅਗਰ ਕਿਸੇ ਖਾਤੂਨ ਦੀ ਫੈਮਿਲੀ ਹਿਸਟਰੀ ਹੈ, ਜਾਨੀ ਵਾਲਦਾ ਜਾਂ ਬਹਿਨ ਜਾਂ ਕਜ਼ਨਸ ਜਾਂ ਬਾਕੀ ਫੈਮਿਲੀ ਟਰੀ, ਅਤੇ ਉਹਨੂੰ ਜ਼ਿਆਦਾ ਕੌਨਸ਼ੀਅਸ ਹੋਣਾ ਚਾਹੀਦਾ ਹੈ। ਔਰ ਅਗਰ ਉਹਦੀ ਏਜ ਉਸ ਕੈਟਾਗਰੀ 'ਚ ਲਾਇਕ ਆ ਰਹੀ ਹੈ ਤਾਂ ਉਹਨੂੰ ਜ਼ਿਆਦਾ ਕੌਨਸ਼ੀਅਸ ਹੋਣਾ ਚਾਹੀਦਾ। ਔਰ ਅਗਰ ਇੱਕ ਗਿਲਟੀ ਐਸੀ ਹੈ ਜਿਹਦੇ ਨਾਲ ਛਾਤੀ ਵਿੱਚ ਕੋਈ ਤਬਦੀਲੀ ਆ ਰਹੀ, ਜਿਵੇਂ ਨਿੱਪਲ ਦੀ ਸ਼ੇਪ ਚੇਂਜ ਹੋ ਰਹੀ, ਜਾਂ ਨਿੱਪਲ 'ਚੋਂ ਖੂਨ ਆ ਗਿਆ, ਜਾਂ ਬਗਲ 'ਚ ਗਿਲਟੀ ਰਹਿਦਾ ਫੀਲ ਹੋਣਾ ਸ਼ੁਰੂ ਹੋ ਗਈ, ਤਾਂ ਉਹਦੇ 'ਚ ਸ਼ੱਕ ਸਾਨੂੰ ਇਹੀ ਪੈਂਦਾ ਹੈ ਕਿ ਉਹ ਕੋਈ ਕੈਂਸਰ ਵਾਲੀ ਜਾਂ ਖਤਰਨਾਕ ਗਿਲਟੀ ਨਾ ਹੋਵੇ। ਸਰ, ਜਿਹੜਾ ਵੱਡੀ ਆਂਤ ਦਾ ਕੈਂਸਰ ਹੁੰਦਾ ਹੈ ਉਹਦਾ ਕੋਈ ਤਾਲੁਕ ਹੁੰਦਾ ਬਵਾਸੀਰ ਦੇ ਨਾਲ ਜਾਂ ਫਿਸ਼ਰ ਦੇ ਨਾਲ? ਨਹੀਂ, ਵੱਡੀ ਆਂਤ ਦਾ ਕੈਂਸਰ ਜਿਹੜਾ ਹੈ ਉਹ ਬਿਲਕੁਲ ਅਲੱਗਾ ਬਿਮਾਰੀ ਹੈ। ਔਰ ਫਿਸ਼ਰ ਔਰ ਫਿਸਚੂਲਾ ਔਰ ਬਵਾਸੀਰ ਉਹ ਅਲੱਗਾ ਬਿਮਾਰੀਆਂ ਨੇ। ਕੁਝ ਕੈਂਸਰ ਐਸੇ ਹੁੰਦੇ ਨੇ ਜਿਹੜੇ ਫਿਸਚੂਲਾ ਬਣਾ ਸਕਦੇ ਨੇ, ਲੇਕਿਨ ਉਹ ਜ਼ਿਆਦਾਤਰ ਪਖਾਨੇ ਨਾਲੀ ਤੋਂ ਉੱਤੇ ਹੁੰਦੇ ਨੇ। ਠੀਕ, ਅਤੇ ਕੈਂਸਰ ਦੀ ਆਪਣੀ ਇੱਕ ਅਲੱਗਾ ਵਜ੍ਹਾ ਹੈ, ਖਾਨਦਾਨੀ ਜ਼ਿਆਦਾ ਕ੍ਰੋਮੋਸੋਮ ਜੋ ਆਉਂਦਾ ਹੈ। ਠੀਕ ਹੈ, ਔਰ ਕੁਝ ਚੀਜ਼ਾਂ ਐਸੀਆਂ ਨੇ, ਅਸੀਂ ਕਹਿੰਦੇ ਜੀ ਕਬਜ਼, ਜਿੰਦੇ ਬਹੁਤ ਲੌਂਗ ਸਟੈਂਡਿੰਗ ਕੌਨਸਟੀਪੇਸ਼ਨ ਹੋਏ, ਕਬਜ਼ ਹੋਏ, ਉਹਦੇ 'ਚ ਕੈਂਸਰ ਬਣ ਸਕਦਾ ਹੈ। ਔਰ ਕੁਝ ਜਿਸ ਤਰ੍ਹਾਂ ਅਲਕੋਹਲ ਹੈ, ਸਮੋਕਿੰਗ ਹੈ, ਔਰ ਕੁਝ ਖਾਣ ਪੀਣ ਦੀਆਂ ਚੀਜ਼ਾਂ ਐਸੀਆਂ ਨੇ ਜਿਹੜੇ ਕੈਂਸਰ ਬਣਾਉਂਦੀਆਂ ਨੇ। ਆਮ ਤੌਰ 'ਤੇ ਲੋਕ ਇਹ ਸਮਝਦੇ ਕਰਕੇ ਕੈਂਸਰ ਦੀ ਕੋਈ ਗਿਲਟੀ ਉਹਦਾ ਆਪਰੇਟ ਕਰਵਾ ਲਿਆ ਜਾਏ ਅਤੇ ਕੈਂਸਰ ਫੈਲ ਜਾਂਦਾ ਹੈ। ਤੁਸੀਂ ਕੀ ਇਸ ਬਾਰੇ? ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਕੈਂਸਰ ਅਗਰ ਨਹੀਂ ਆਪਰੇਟ ਕਰਾਵਾਂਗੇ ਤਾਂ ਉਹਨੇ ਫੈਲਣਾ। ਅਗਰ ਇਹ ਗਿਲਟੀ ਕੈਂਸਰ ਦੀ ਬਣ ਗਈ ਹੈ ਤਾਂ ਉਸ ਗਿਲਟੀ ਨੂੰ ਨਹੀਂ ਨਿਕਾਲਾਂਗੇ ਤਾਂ ਉਹਨੇ ਡੈਫੀਨੇਟਲੀ ਫੈਲਣਾ। ਕੈਂਸਰ ਨਾਮ ਹੀ ਇਸ ਚੀਜ਼ ਦਾ ਹੈ ਕਿ ਐਸੇ ਸੈੱਲ ਜਿਹੜੇ ਬਾਰ-ਬਾਰ ਫੈਲਦੇ ਨੇ ਔਰ ਉਹ ਬੜੀ ਤੇਜ਼ੀ ਨਾਲ ਵੱਧਦੇ ਨੇ, ਉਹਨੂੰ ਅਸੀਂ ਕੈਂਸਰ ਕਹਿੰਦੇ। ਅਤੇ ਅਗਰ ਗਿਲਟੀ ਨੂੰ ਸਹੀ ਤਰੀਕੇ ਨਾਲ ਤੁਸੀਂ ਕੱਢ ਦਿੱਤਾ ਗਿਆ ਔਰ ਬਾਅਦ ਵਿੱਚ ਫਿਰ ਉਹਦੀਆਂ ਛਾਵਾਂ, ਟੀਕੇ ਔਰ ਉਹ ਸਾਰਾ ਮੈਨੇਜਮੈਂਟ ਜੋ ਕੈਂਸਰ ਦੇ ਸਪੈਸ਼ਲਿਸਟ ਡਾਕਟਰ ਕਰਦੇ ਨੇ ਉਹ ਹੋਈ ਹੈ, ਅਤੇ ਫਿਰ ਉਹਦੇ ਨਾ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ। ਅੱਛਾ ਸਰ, ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ, ਕੈਂਸਰ ਦੀ ਗਿਲਟੀ ਕਢਵਾਉਣ ਤੋਂ ਬਾਅਦ ਵੀ ਉਹਦਾ ਇਲਾਜ ਕਰਵਾਉਣਾ ਪੈਂਦਾ? ਕੈਂਸਰ ਦੀ ਅਸੀਂ ਜਿਹੜਾ ਇੱਕ ਅਮੂਮੀ ਤੌਰ 'ਤੇ ਇੱਕ ਥੀਮ ਹੈ ਨਾ, ਉਹ ਹੈਗਾ ਕਿ ਕੈਂਸਰ ਦੀ ਸਟੇਜ ਕੀ ਹੈ, ਔਰ ਉਸ ਸਟੇਜ ਦੇ ਮੁਤਾਬਕ ਉਹਨੂੰ ਪੇਸ਼ੈਂਟ ਨੂੰ ਭੇਜਿਆ ਜਾਂਦਾ ਹੈ ਜਿਹੜੇ ਕੈਂਸਰ ਦੇ ਸਪੈਸ਼ਲਿਸਟ ਡਾਕਟਰ ਨੇ। ਕੁਝ ਸਟੇਜਿਸ ਜਿਹੜੇ ਆ ਸਟੇਜ 3 ਐਂਡ 4 ਨੇ, ਉਹਦੇ 'ਚ ਉਹ ਟੀਕੇ, ਛੁਆਵਾਂ, ਗੋਲੀਆਂ, ਉਹ ਜੋ ਵੀ ਤਜਵੀਜ਼ ਕਰਦੇ ਨੇ ਉਹ ਕਰਵਾਉਣਾ ਬਹੁਤ ਜ਼ਰੂਰੀ ਹੈ। ਉਹਦਾ ਮਕਸਦ ਇਹ ਹੁੰਦਾ ਹੈ ਕਿ ਸਰਜਨ ਨੇ ਤਾਂ ਸਰਜਰੀ ਕਰਕੇ ਉਹ ਕੈਂਸਰ ਵਾਲੀ ਜਗ੍ਹਾ ਕੱਢ ਦਿੱਤੀ, ਚਾਹੇ ਉਹ ਬ੍ਰੈਸਟ ਹੈ, ਚਾਹੇ ਉਹ ਥਾਇਰਾਇਡ ਹੈ, ਚਾਹੇ ਉਹ ਵੱਡੀ ਆਂਤ ਹੈ, ਚਾਹੇ ਹੋਰ ਕਿਸੇ ਜਗ੍ਹਾ 'ਤੇ ਹੈ, ਪਖਾਨੇ ਨਾਲੀ ਦਾ ਹੈ, ਲੇਕਿਨ ਉਹ ਜਿਹੜੇ ਸੈੱਲ ਜਾਂ ਜਿਹੜੇ ਕੈਂਸਰ ਦੇ ਸੈੱਲ ਬਿਲਕੁਲ ਬਾਰੀਕ ਲੈਵਲ 'ਤੇ ਮਾਈਕਰੋ ਮੈਟਾਸਟੇਸਿਸ ਉਹਨੂੰ ਕਹਿੰਦੇ, ਕਿ ਉਹ ਅਗਰ ਰਹਿ ਜਾਂਦੇ ਨੇ ਤਾਂ ਫਿਰ ਉਹਦਾ ਇਲਾਜ ਕੌਣ ਕਰੇਗਾ ਜਾਂ ਉਹਨੂੰ ਬਚਾਏਗਾ, ਉਹ ਕਿ ਉੱਥੇ ਦੁਬਾਰਾ ਨਾ ਉਹ ਮਾਮਲਾ ਬਣੇ। ਅਤੇ ਉਹਦੇ ਵਾਸਤੇ ਫਿਰ ਇਹ ਛੁਆਵਾਂ, ਟੀਕੇ, ਕੀਮੋਥੈਰੇਪੀ ਜਾਂ ਹਾਰਮੋਨ ਥੈਰੇਪੀ, ਗੋਲੀਆਂ, ਇਹ ਸਾਰੀਆਂ ਤਜਵੀਜ਼ ਕਰਦੇ ਨੇ। ਔਰ ਉਹ ਹਰ ਕੈਂਸਰ ਦੀ ਨੌਈਅਤ ਦੇ ਮੁਤਾਬਕ, ਹਰ ਕੈਂਸਰ ਦੀ ਸਟੇਜ ਦੇ ਮੁਤਾਬਕ ਔਰ ਹਰ ਕੈਂਸਰ ਦੀ ਜਗ੍ਹਾ ਦੇ ਮੁਤਾਬਕ ਉਹ ਜਿਹੜੇ ਟ੍ਰੀਟਮੈਂਟ ਹੈ ਉਹ ਅਲੱਗ-ਅਲੱਗ। ਅੱਛਾ ਸਰ, ਉਹ ਦੁਬਾਰਾ ਇਲਾਜ ਇਸ ਕਰਕੇ ਕਰਵਾਇਆ ਜਾਂਦਾ ਕਿ ਉਹ ਦੁਬਾਰਾ ਨਾ ਹੋਵੇ ਕੈਂਸਰ, ਇਹ ਬੇਸਿਕ ਵਜ੍ਹਾ ਹੁੰਦੀ? ਨਹੀਂ, ਇਹ ਦੁਬਾਰਾ ਇਲਾਜ ਨਹੀਂ ਹੈ, ਇਹ ਉਸ ਇਲਾਜ ਦਾ ਹਿੱਸਾ ਹੈ। ਇਹ ਪਹਿਲਾ ਹੀ ਇਲਾਜ ਹੈ, ਯਾਨੀ ਇੱਕ ਦਫਾ ਕੈਂਸਰ ਹੋਇਆ, ਉਸ ਕੈਂਸਰ ਦੀ ਤੁਸੀਂ ਸਟੇਜਿੰਗ ਕੀਤੀ, ਸਟੇਜ ਕਰਕੇ ਉਹਦਾ ਆਪਰੇਸ਼ਨ ਕੀਤਾ, ਆਪਰੇਸ਼ਨ ਕਰਕੇ ਫਿਰ ਉਹਨੂੰ ਕੈਂਸਰ ਸਪੈਸ਼ਲਿਸਟ ਡਾਕਟਰ को भेज देता है, जरा टीके, छुआवां और गोलियां एडवाइस करता है। ये सारा एक ही इलाज है, ये दोबारा इलाज नहीं है। उस बाद अगर खुदा ना खासा वो बीमारी दोबारा होती
ਹੈ ਤੇ ਉਹਨੂੰ ਅਸੀਂ ਕਹਾਂਗੇ ਕਿ ਹੁਣ ਤੁਹਾਨੂੰ ਕੈਂਸਰ ਦਾ ਦੁਬਾਰਾ ਇਲਾਜ ਕਰਨਾ ਪੈ ਰਿਹਾ, ਉਹਨੂੰ ਰੀਕਰੈਂਸ ਕਹਿੰਦੇ। ਔਰ ਉਹਦੇ ਸਟੈਪ ਵੀ ਇਹੀ ਹੁੰਦੇ ਨੇ ਕਿ ਤੁਸੀਂ ਅਮੂਮੀ ਤੌਰ ਤੇ ਕਿ ਆਪਰੇਸ਼ਨ ਦੁਬਾਰਾ ਹੋਏਗਾ ਔਰ ਫਿਰ ਦੁਬਾਰਾ ਤੁਸੀਂ ਕੈਂਸਰ ਸਪੈਸ਼ਲਿਸਟ ਡਾਕਟਰ ਕੋਲ ਭੇਜੋ। ਸਰ ਜੀ, ਇਹ ਜਿਹੜਾ ਇੱਕ ਦਫਾ ਮਿਸਾਲ ਦੇ ਤੌਰ ਤੇ ਬ੍ਰੈਸਟ ਚੋਂ ਗਿਲਟੀ ਕੱਢ ਦਿੱਤੀ ਤੇ ਉਹਦੇ ਦੁਬਾਰਾ ਹੋਣ ਦੇ ਵੀ ਚਾਂਸ ਹੁੰਦੇ ਨੇ? ਅਗਰ ਗਿਲਟੀ ਕੈਂਸਰ ਦੀ ਗਿਲਟੀ ਹੈ ਔਰ ਉਹ ਤੁਸੀਂ ਪੂਰੀ ਨਹੀਂ ਕੱਢੀ ਔਰ ਮਰੀਜ਼ ਨੇ ਬਾਅਦ ਵਿੱਚ ਪੂਰਾ ਇਲਾਜ ਨਹੀਂ ਕਰਾਇਆ, ਜਿਸ ਤਰ੍ਹਾਂ ਅਸੀਂ ਕਹਿ ਰਹੇ ਜੀ ਕੈਂਸਰ ਦੇ ਡਾਕਟਰ ਕੋਲ ਨਹੀਂ ਗਏ ਔਰ ਰੇਡੀਓਥੈਰੇਪੀ ਕੀਮੋਥੈਰੇਪੀ ਔਰ ਪੂਰਾ ਪ੍ਰੋਟੋਕੋਲ ਫਾਲੋ ਨਹੀਂ ਕੀਤਾ, ਜਦੋਂ ਕੱਢੀ ਤੇ ਉਹਦੇ ਜਿਹੜੇ ਮਾਰਜਨਸ ਨੇ ਉਹ ਵੀ ਹਾਲੀ ਇਨਵੋਲਵ ਨੇ, ਯਾਨੀ ਉਹ ਕੈਂਸਰ ਉਸ ਜਗ੍ਹਾ ਤੇ ਮੌਜੂਦ ਸੀ, ਤੇ ਫਿਰ ਤਾਂ ਬਹੁਤ ਜ਼ਿਆਦਾ ਚਾਂਸਸ ਨੇ ਕਿ ਉਹ ਦੁਬਾਰਾ ਬਣ ਜਾਏਗਾ ਔਰ ਉਹ ਫੈਲ ਵੀ ਜਾਏਗਾ। ਤੇ ਅਗਰ ਤੁਸੀਂ ਕੈਂਸਰ ਦੀ ਗਿਲਟੀ ਸੀ ਔਰ ਹਾਲੀ ਛੋਟੀ ਸੀ ਔਰ ਉਹਨੂੰ ਪੂਰਾ ਕੱਢ ਦਿੱਤਾ ਹੈ ਔਰ ਉਹਦੇ ਮਾਰਜਨਸ ਫ੍ਰੀ ਨੇ ਔਰ ਉਹ ਮਰੀਜ਼ ਨੇ ਬਾਅਦ ਵਿੱਚ ਕੈਂਸਰ ਸਪੈਸ਼ਲਿਸਟ ਡਾਕਟਰ ਕੋਲ ਸਾਰਾ ਇਲਾਜ ਵੀ ਕਰਾਇਆ, ਤੇ ਫਿਰ ਉਹਦੇ ਹੋਣ ਦੇ ਚਾਂਸਸ ਉਨੇ ਹੀ ਘੱਟ ਜਾਂਦੇ ਨੇ, ਮਿਨੀਮਮ ਹੋ ਜਾਂਦੇ। ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ। ਮਿਹਰਬਾਨੀ, ਥੈਂਕ ਯੂ ਵੈਰੀ ਮਚ।